बंदन कवार सर्व कला समरथ डोलन ते रखो प्रभु नानक दे हथ हे गोविंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहि मया तार अंधकूप महाभयान नानक पारि उतार बेशुमार अथाह अगणत अतुल ज्यों बुलाओ त्यों नानक दास बोले सतनाम श्री वाहिगुरु साहिब जी। आसा महला पंजवा शांत घर अठवां। एक ओंकार सतगुर प्रसाद। कमला ब्रह्म पीत है तीखण मधुर प्रीत है अवध अकारत जात गहबर बन घोर है ग्रह मूसत मन चोर दिन करो अन दिन खात जात बेहात प्रभ बिन मिलो प्रभ करुणा पते जन्म मरण अनेक बीते प्रिय संग बिन कछ न गते कुल रूप धूप ज्ञानहीनी तुझ बिना मोए कवन मात कर जोड़ नानक शरण आयो प्रिय नाथ नर हर करो गात कर जोड़ नानक शरण आयो प्रिय नाथ नर हर करो गात। वाहिगुरु जी का खालसा वाहिगुरु जी की फतेह। परम सत्कारयोग जुगो जुग अटल चवर शतर तखत मालक हाजरा हजूर जारा जहूर सर्व कला भरपूर शब्द गुरु धन धन श्री गुरु ग्रंथ साहिब जी महाराज सच्चे पातशाह मेहरां दे दाते बख्शिश कीती है। सत संगत का अमोलक समा बख्शिश कीता है। सतगुरु जी की कृपा सदका इस पावन अस्थान ते गुरबाणी की जो लड़ीवार कथा चल रही है जिस दे तहत आसा राग दे विच गुरु अर्जन देव महाराज जी की पावन बाणी जो महाराज जी ने संतां दे विच उचारण की है जिस दे विचों ये अखीरला शब्द है। इस तो अगे आसा की वार आरंभ हो जाएगी। सतगुरु जी का ये पावन शब्द श्री गुरु ग्रंथ साहिब महाराज जी के पावन अंग 461 अंग तो शुरू हो के 462 अंग ते एक शब्द संपूर्ण है। इस पावन शब्द दियाँ 4 पौड़ियाँ हैं और 4 पौड़ियाँ दे विच गुरु पातशाह जी ने उत्तम जग्यासू की अवस्था नूं बयान किया है। 3 प्रकार के जग्यासू हुंदे हन उत्तम मध्यम और कनिष्ठ। उत्तम जग्यासू जो है वो सारिਆਂ नालों श्रेष्ठ हुंदा है। उत्तम जग्यासू की अवस्था की है? उत्तम जग्यासू ਉਹਦੀ केवल इक्को मंग हुंदी है परमात्मा का मिलाप। उसकी कोई होर यातना कोई होर प्रार्थना कोई होर मंग
कोई होर इच्छा नहीं है। केवल इको इच्छा है, परमात्मा के दर्शन करने हैं। जिस बाबत श्री गुरु अर्जन देव महाराज जी ने भी श्री सुखमनी साहिब विच आखिया भी इस तरह का जिहड़ा जगियासू है ਉਹਦਾ ਸੰਗ ਕਰਨ ਨਾਲ ਦੂਜਿਆਂ ਦਾ ਵੀ ਉਧਾਰ ਹੋ ਜਾਂਦਾ। ਇੰਨਾ ਉਹ ਜਗਿਆਸੂ ਉੱਤਮ ਹੋ ਗਿਆ, ਇੰਨਾ ਮਹਾਨ ਹੈ। ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਓਨ ਸੰਗ ਮੋਹਿ ਉਧਾਰੋ। ਸੋ ਉਸ ਉੱਤਮ ਜਗਿਆਸੂ ਦੀ ਅਵਸਥਾ ਜੋ ਇੱਥੇ ਮਹਾਰਾਜ ਜੀ ਨੇ ਰੂਪਮਾਨ ਕੀਤੀ ਹੈ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵਿਚਾਰਦਿਆਂ ਸਾਡੀ ਭਾਵਨਾ ਬਣੇ, ਸਾਨੂੰ ਵੀ ਉਹ ਅਵਸਥਾ ਜਿਹੜੀ ਹੈ ਪ੍ਰਾਪਤ ਹੋਵੇ। ਐਸੀ ਸਤਿਗੁਰੂ ਜੀ ਮਿਹਰਾਮਤ ਕਰਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਆਓ ਸਾਰੀਆਂ ਸੰਗਤਾਂ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਛੰਤ ਘਰ ਅਠਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਇਹ ਪਾਵਨ ਬਾਣੀ, ਇਹ ਸ਼ਬਦ ਸ਼ਾਂਤ ਰੂਪ ਦੇ ਵਿੱਚ ਉਚਾਰਨ ਕੀਤਾ ਹੈ ਔਰ ਇਸ ਨੂੰ 8ਵੇਂ ਘਰ ਦੇ ਵਿੱਚ ਗਾਉਣ ਦਾ ਗੁਰੂ ਪਾਤਸ਼ਾਹ ਜੀ ਵੱਲੋਂ ਹੁਕਮ ਹੈ। ਪਰ ਆਪਾਂ ਵੇਖਦੇ ਹਾਂ ਇਸ ਤਰ੍ਹਾਂ ਦੇ ਸ਼ਬਦ ਰਾਗੀ ਸਾਹਿਬਾਨ ਘੱਟ ਹੀ ਗਾਉਂਦੇ ਹਨ, ਕਿਉਂਕਿ ਇਹਨਾਂ ਸ਼ਬਦਾਂ ਦੀ ਜਿਹੜੀ ਸ਼ਬਦਾਵਲੀ ਹੈ, ਉਚਾਰਨ ਦਾ ਤਰੀਕਾ ਲੈ ਉਹ ਇੱਕ ਵੱਖਰੇ ਤਰ੍ਹਾਂ ਦੀ ਹੈ। ਸੋ ਉਹਦੇ ਵਾਸਤੇ ਘਾਲਣਾ ਮਿਹਨਤ ਦੀ ਲੋੜ ਪੈਂਦੀ ਹੈ। ਔਰ 8ਵੇਂ ਘਰ ਦੇ ਵਿੱਚ ਗਾਣਾ ਮਹਾਰਾਜ ਦਾ ਹੁਕਮ ਹੈ। ਇਹਨਾਂ ਸ਼ਬਦਾਂ ਨੂੰ ਇਹ ਚਾਰ ਇਹ ਤੇ ਸ਼ੰਤ ਨੇ ਮਹਾਰਾਜ ਜੀ ਦੇ 4 ਸ਼ਬਦ ਹਨ ਔਰ ਇਹਨਾਂ ਵਿੱਚ ਮਹਾਰਾਜ ਉੱਤਮ ਜਗਿਆਸੂ ਦੀ ਅਵਸਥਾ ਨੂੰ ਰੂਪਮਾਨ ਕੀਤਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਇੱਕੋ ਹੈ, ਉਸ ਨੂੰ ਮਿਲਣ ਦਾ ਤਰੀਕਾ ਹੈ ਸਤਿਗੁਰੂ ਦੀ ਕਿਰਪਾ। ਸਤਿਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਔਰ ਉਸ ਤੋਂ ਬਿਨਾਂ ਮਨੁੱਖ ਦਾ ਜੀਵਨ ਅਧੂਰਾ ਹੈ। ਜਦੋਂ ਤੱਕ ਇਹ ਪਰਮਾਤਮਾ ਨੂੰ ਨਹੀਂ ਮਿਲਦਾ, ਜੰਮਦਾ ਔਰ ਮਰਦਾ ਰਹੇਗਾ, ਆਵਾਗੁਣ ਵਿੱਚ ਪਿਆ ਰਹੇਗਾ। ਇਸ ਕਰਕੇ ਰੱਬ ਨੂੰ ਮਿਲਣਾ ਲਾਜ਼ਮੀ ਹੈ, ਜ਼ਰੂਰੀ ਹੈ। ਪਰ ਉਹ ਕਿਵੇਂ ਹੋਵੇ? ਸਤਿਗੁਰੂ ਦੀ ਕਿਰਪਾ ਨਾਲ। ਅੱਗੇ ਮਹਾਰਾਜ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ, ਪਰ ਉਸ ਤੋਂ ਪਹਿਲਾਂ ਮਹਾਰਾਜ ਦੱਸਦੇ ਨੇ ਕਿ ਮਨੁੱਖ ਦਾ ਜੀਵਨ ਜਿਹੜਾ ਹੈ ਉਹ ਕਿਵੇਂ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਵਿਅਰਥ ਜਾਂਦਾ ਹੈ। ਕਮਲਾ ਭ੍ਰਮ ਭੀਤ, ਕਮਲਾ ਭ੍ਰਮ ਭੀਤ, ਤੀਖਣ ਮਦ ਵਿਪਰੀਤ, ਅਵਧ ਅਕਾਰਥ ਜਾਤ। ਇਸ ਪੰਕਤੀ ਵਿੱਚ 3 ਵਿਸ਼ਰਾਮ ਆਏ ਨੇ ਪਾਠ ਨੂੰ ਉਚਾਰਨ ਕਰਨ ਲੱਗਿਆਂ। ਕਮਲਾ ਭ੍ਰਮ ਭੀਤ, ਕਮਲਾ ਭ੍ਰਮ ਭੀਤ, ਤੀਖਣ ਮਦ ਵਿਪਰੀਤ, ਅਵਧ ਅਕਾਰਥ ਜਾਤ। ਇੱਦਾਂ ਇਹਨੂੰ ਉਚਾਰਨ ਕਰਾਂਗੇ ਤਾਂ ਪੜ੍ਹਨ ਦਾ ਆਨੰਦ ਵੀ ਆਵੇਗਾ। ਮਹਾਰਾਜ ਕਹਿੰਦੇ ਕਮਲਾ ਕਹੀਏ ਜਿਹੜੀ ਮਾਇਆ ਹੈ, ਮਾਇਆ ਦੇ ਜੋ ਭਰਮ ਦੀ ਕੰਧ ਜੀਵ ਅਤੇ ਪਰਮਾਤਮਾ ਦੇ ਵਿਚਾਲੇ ਖੜੀ ਹੋ ਗਈ ਹੈ। ਮਹਾਰਾਜ ਕਹਿੰਦੇ ਇਹ ਮਾਇਆ ਦੀ ਕੰਧ, ਇਹ ਮਾਇਆ ਨੇ ਐਸਾ ਭਰਮ ਦੀ ਕੰਧ ਖੜੀ ਕਰ ਦਿੱਤੀ ਜੀਵ ਔਰ ਪਰਮਾਤਮਾ ਦੇ ਵਿਚਾਲੇ। ਜਪਜੀ ਸਾਹਿਬ ਦੇ ਰਾਹ ਵਿੱਚ ਮਹਾਰਾਜ ਜੀ ਨੇ ਆਖਿਆ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਉਹ ਕੰਧ ਕਿਵੇਂ ਟੁੱਟੇ ਤੇ ਪਰਮਾਤਮਾ ਦੇ ਨਾਲ ਜੀਵ ਕਿਵੇਂ ਕੋ ਹੋਵੇ? ਤੇ ਮਹਾਰਾਜ ਫਰਮਾਨ ਕਰਦੇ ਨੇ ਮਾਇਆ ਨੇ ਭਰਮ ਪਾਤਾ ਜੀਵ ਦੇ ਅੰਦਰ ਔਰ ਇਹ ਬੜੀ ਤੀਖਣ ਹੈ, ਬੜਾ ਛੇਤੀ ਵਾਰ ਕਰਦੀ, ਬੜੀ ਅੱਖ ਫਰਕਣ ਨਾਲੋਂ ਵੀ ਜ਼ਿਆਦਾ ਇਹਦਾ ਵਾਰ ਪਤਾ ਨਹੀਂ ਲੱਗਦਾ ਬੰਦੇ ਨੂੰ, ਉਦੋਂ ਹੀ ਲੱਗਦਾ ਜਦੋਂ ਇਹਦਾ ਵਾਰ ਹੋ ਜਾਂਦਾ ਹੈ।
तो महाराज सच्चे पातशाह कहते जरा ਇਹਦਾ नशा है बड़ा तेज है, तीखण मद विपरीत है। मद नाम है नशे का। ये शराब नालों जिन्ने भी दुनिया के नशे ने उन्होंने नालों तेज है माया का नशा। ऐसा है जदों ये नशा चढ़ता है तो ये जीव इन्ना क माया के मद विच पागल हो जाता है कि इनू गुरु पातशाह जी का अदब भी याद नहीं रहिंदा, सत्कार नहीं रहिंदा, कोई इनू अदब सत्कार नहीं रहिंदा। इन्ना इस माया का नशा खतरनाक है। महाराज कहते ऐसी ये विपरीत मत कर देंदी है जिस करके अवध अकारथ जात, अवध कहिए उम्र, जीव की उम्र व्यर्थ चली जाती। ऐसा ये मत मारदी है जीव की, बस फिर इसकी सारी उम्र सारा जीवन व्यर्थ चला जाता। गैबर बन घोर, गैबर बन घोरे, ग्रह मूसत मन चोरे, दिन करो अन दिन खात। बड़ा गैबर बन घोर, बन जंगल, बड़ा अंधकार है ये संसार, ये बड़ा घोर हनेरा बनया होया है। बाबा फरीद जी कहते किज ना बुझै किज ना सुझै, दुनिया गुझी पाए, साईं मेरा चंगा कीता, नहीं तो हम भी दज्जा आए। फरीदा किज ना बुझै किज ना सुझै, दुनिया गुझी पाए। ये तो मेरे साईं ने कृपा की, मालक ने, कि सानू अपने चरणों नाल जोड़ दिया, नहीं तो आपां भी सड़ जाना सी। साईं मेरा चंगा कीता, नहीं तो हम भी दज्जा आए। महाराज सच्चे पातशाह कहते और ये घर नूं लुटिया जा रहा है, तो लुटन वाला कोई बाहरों नहीं आया। ग्रह मूसत मन चोर है, मन रूपी चोर ये दैवी गुणों को खत्म करी जा रहा है, अंदरों लुटी जा रहा है। दिन करो अन दिन खात, दिन करो सूरज समा, सूरज करके समय की सारी होंद है। जिहड़ा समा है काल है वो इहदी उम्र नूं खाई जा रहा है। काल ऐसा बली है, काल जीव के समय नूं उम्र नूं खा जाता है। काल दे विच बड़ा कुछ हुंदा है। तो साहिब सच्चे पातशाह कहते काल पाए ब्रह्मा अवतरा, काल पाए शिवजू अवतरा, काल पाए कर बदन प्रकाशा, सकल काल का किया तमाशा। दिन खात जात बिहात प्रभ बिन, मिलो प्रभ करुणा पते। गुरमुख दी की अरदास है। गुरमुख नूं पता लग गया भी माया बहुत खतरनाक है, इहदे तो बच के रहना है, इहदे प्रभाव तो। ये संसार बड़ा डरावना जंगल है, बड़ा घुप हनेरा इहदे विच। आपां नूं लगदा है दुनिया घुग वसदी पई है, पर नहीं गुरमुखो, जदों अंदर दी अख खुली ना फिर पता लगना भी ये तो जिहड़े आपां वसदे हुए नगर शहर लगते ने तां उजाड़ बियाबान की तरह हैं, बड़े डरावने हैं। इत्थों तो बड़ा डर आता है। फरीदा तिन्हां मुख डरावने जिन्हां विसारिओ नाओ, इत्थे दुख घनेरिया अगे थाओ न ठाओ। पर सोहने लगते हैं क्योंकि अजे आपां उसे लेवल ते बैठे हो, तां करके जदों नाम सिमरन करके कुछ अगे लंघे फिर पता लगता भी ये तो बड़ा डरावना है। बाबा कबीर साहब जी एक बारी कहते हैं हर साल उत्थे आपां हुण भी तुसीं जाओ बनारस विच बहुत बड़ा समागम हुंदा है। हर साल उत्थे जदों वो दिन आउंदे ने गंगा दे पूर्व दा बड़ी दुनिया आउंदी है। ते कहंदे एक बारी भगत कबीर साहब नूं चेले कहन लगे, सेवक कहन लगे महाराज इन्ना देखो दुनिया इकट्ठी हुई, मेला भरिया होया, आओ आपां भी देख आइए, तुसीं साडे नाल चलो, सोहना लगेगा, चंगा लगेगा। तो भगत कबीर साहब जी कहते चलो भाई, नाल तुर पे। किसी थां ते नहीं खड़दे, बड़े बड़े रंग तमाशे हो रहे हैं।
सारा बाजार रंग तमाशे हो रहे हैं, दुकाना भरिया हुई ने, तरह तरह के खिडौने कपड़े होर रुके नहीं। चले गए शहर तो पार लंघे दूर। अगे एक दरख्त के हेठा महात्मा बैठा समाधि लै ला के बंदगी दे विच बैठा जुड़िया होया, ਉਹਦੇ कोल जाके बैठ गए। तो उस सेवक कहने लगे महाराज रह नहीं होया, कह दिता, कहते भी सारा मेला वेखण आए सी, मेला तो पिछे छड्ड आए, सारा कुछ तुसी इत्थे उजाड़ बीआ बिल विच आके बह गए। तो भगत कबीर साहब फिर अपनी बाणी विच कहंदे हन, कबीर जय जय हों फिरो कौतक ठाओ ठाए, जिथों जिथों भी लंघिया बड़े कौतक हो रहे ने थां थां ते। एक राम स्नेही बारा उजर मेरे पाए, एक राम स्नेही तो बिना तो बाकी सारा उजाड़ ही, वो डरावना ही सी काम, वो आपां बाहरों चंगे लगते हैं क्योंकि अपनी बिरती उत्थे है। बंदगी वाल नूं पता होंदा भी ये जिहड़े कौतक हो रहे हैं सब डरावना ही काम है, ये तो बड़ा कुछ गलत हो रहा है। एक राम स्नेही बारा उजर मेरे भाए, तो उजाड़ बीआ बाण, उत्थे की हुंदा उजाड़ विच भूत नचदे ने, बीआ बाण जिथे होवे ना उत्थे कहंदे भूतां प्रेतां दा वासा हुंदा है। तो भगत कबीर साहब कहंदे कि रब दी प्यार तो बिना जिथे भी दुनिया कुछ कर रही है वो उजाड़ बीआ बाण भूत डरावनी जगह है, उत्थों बचना चाहिए है। साहब सच्चे पातशाह जी कहते गुरमुख जदों नाम साधना की पता लग गया जीवन किवें व्यर्थ जा रहा है, साढ़े दैवी गुणां नूं कौन लुट रहा है। तो महाराज सच्चे पातशाह कहते दिन खात जात बिहात प्रभ बिन मिलो प्रभ करुणा पते। दिन बतीत हो रहा खांदियां पींदियां वाहिगुरू की बंदगी तो बिना, दिन लंघ रहे ने, समा लंघ रहा है, व्यर्थ जा रहा। तो गुरमुख अरदास करदा है मालक कृपा कर सानू मिल पै, साडे ते करुणा कर तरस कर, क्योंकि जीवन ते लंघिया जा रहा है। जन्म मरण अनेक बीते प्रे संग बिन कछ न गात, पता नहीं किन्ने क जन्म लए ने ते किन्नी बार मरे हाँ। जन्म मरण अनेक बीते, वाहिगुरू दे संग तो बिना साड़ी कोई चंगी हालत नहीं बनी। पता नहीं किन्नी क दुनिया विच भटके हाँ, दुख ही पाते रहे हाँ। जन्म मरण अनेक बीते प्रे संग बिन कछ नह गात, जब तक रब संग नहीं तो की जीव की हालत हो सकती है। जिमें एक बच्चा छोटा जिहा बाजार में गवाच जाए, प्यो की उंगल छड़ देवे तो शहर नगर उहदे वास्ते बच्चा रोन लग जाता है, डरावना हो जाता है। उही शहर जिहड़ा उहनूं पहलां सोहना लग रहा सी हुण उहनूं डरावना। हुण उस बच्चे नूं लोग कहते तैनूं खिडौणे देने आ, पर वो रोई जा रहा रोई जा रहा। पहलां प्यो नूं कहंदा भी ये मैनूं लै दे, ये लै दे, खुश सी, पर उंगल छुट गई, भीड़ विच गवाच गया, हुण रोंदा है। वो पुछदे ने की गल है, खिडौणे लैणे ने, मिठाइयां लैणी, वो कहंदा नहीं मेरा पिता मेरा डैडी मेरे तो विछड़ गया है। तो इस तरह जिहड़ा भगत है रब दा प्यारा, वो दुनिया के पदार्थों वाल नहीं वेखदा, वो कहंदा मैनूं रब दा मिलाप चाहिए है, मैनूं पिता चाहिए है। प्यो तो बिना की हालत हो सकती है, रब तो बिना जीव की की हालत है, रोंदा फिरेगा। कुल रूप धूप ज्ञान ही नहीं तुझ बिना कोई मा कवन मात। कुल हे मालक मेरी कुल चंगी नहीं, मेरा कोई रूप नहीं, मेरे को गुणा की सुगंधी नहीं है, मैं ज्ञान तो ही नहीं हाँ। तो तुझ बिना मोए कवन मात, तेरे तो बिना मेरा कौन है माता पिता। जिमें माँ अपने बच्चे नूं संभालती है, भावें वो कोझा भी होवे, माँ कहती मेरा लाल है। इसे तरह मालक है तो असी जीव गुणा तो हीणे, भावें कोझे हाँ पर तेरे हाँ, तेरे बिना सानू किसी ने प्यार नहीं करना। जिमें बच्चे नूं माँ तो बिना कोई नहीं प्यार करता, इस तरह मालक तेरे बिना साडा कोई नहीं है। कर जोड़ नानक सरन आयो प्रे नाथ नर हर करो दात। हथ बन के महाराज तुहाडे चरणों में तुहाडी शरण में आए हाँ। हे मालक हे प्यारे परमात्मा,
ਕਿਰਪਾ ਕਰੋ ਸਾਡੀ ਗਾਤ ਉੱਚੀ ਅਵਸਥਾ ਕਰ ਦੇਵੋ, ਬਖਸ਼ਿਸ਼ ਕਰ ਦੇਵੋ। ਮੀਨਾ ਜਲਹੀਨ ਓ ਬਿਸ਼ਰਤ ਮਨ ਤਨ ਖੀਨ ਕਤ ਜੀਵਨ ਪ੍ਰੇਵਨ ਹੋਤ। ਹੁਣ ਮਹਾਰਾਜ ਜੀ ਨੇ ਉੱਤਮ ਜਗਿਆਸੂ ਦੀ ਉਸ ਅਵਸਥਾ ਨੂੰ ਉਜਾਗਰ ਕੀਤਾ ਹੈ। ਉੱਤਮ ਜਗਿਆਸੂ ਦੀ ਅਵਸਥਾ ਹੈ ਉਹ ਮੱਛੀ ਦੀ, ਜਿਵੇਂ ਪਾਣੀ ਦੇ ਨਾਲ ਹੈ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਪ੍ਰਾਣ ਤਿਆਗ ਦਿੰਦੀ ਹੈ, ਗੁਰਮੁਖ ਗੁਰਸਿੱਖ ਨਾਮ ਤੋਂ ਬਿਨਾਂ, ਬਾਣੀ ਤੋਂ ਬਿਨਾਂ ਪ੍ਰਾਣ ਤਿਆਗ ਦਿੰਦਾ। ਉਹ ਬਾਣੀ ਬਿਨਾਂ ਜੀਵਦਾ ਨਹੀਂ ਰਹਿ ਸਕਦਾ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਤੜਫਣ ਲੱਗ ਜਾਂਦੀ ਹੈ, ਗੁਰਮੁਖ ਬਾਣੀ ਤੋਂ ਬਿਨਾਂ। ਮੀਨਾ ਜਲਹੀਨ ਉਹ ਬਿਛਰਤ ਮਨ ਤਨ ਖੀਨ ਹੈ। ਮਨ ਤਨ ਉਹਦਾ ਛੀਨ ਹੁੰਦਾ ਹੈ, ਤੜਫਦੀ ਹੈ। ਕਤ ਜੀਵਨ ਪ੍ਰੇ ਬਿਨ ਹੋਤ, ਪਾਣੀ ਉਹਦਾ ਪਿਆਰਾ ਹੈ, ਪਾਣੀ ਤੋਂ ਬਿਨਾਂ ਉਹਦਾ ਜੀਵਨ ਕਿਵੇਂ ਹੋ ਸਕਦਾ ਹੈ। ਇਸੇ ਤਰ੍ਹਾਂ ਉੱਤਮ ਜਗਿਆਸੂ ਨਾਮ ਬਾਣੀ ਤੋਂ ਬਿਨਾਂ ਨਹੀਂ ਰਹਿ ਸਕਦਾ। ਸਨਮੁਖ ਸਹਿਬਾਨ ਏ ਮਿਰਗ ਅਰਪੇ ਮਨ ਤਨ ਪ੍ਰਾਣ ਏ ਉਹ ਬੇਦਿਓ ਸਹਿਜ ਸਰੋਤ। ਜਿਵੇਂ ਦੂਸਰਾ ਪ੍ਰਮਾਣ ਮਹਾਰਾਜ ਨੇ ਦਿੱਤਾ ਹਿਰਨ ਦਾ। ਜਿਹੜਾ ਹਿਰਨ ਹੈ ਨਾ ਗੁਰਮੁਖ, ਉਹਨੂੰ ਸ਼ਬਦ ਧੁਨੀ ਬੜੀ ਸੋਹਣੀ ਲੱਗਦੀ ਹੈ। ਜਿਹੜੀ ਆਵਾਜ਼ ਕੰਡੇ ਹੇੜੇ ਦੀ ਆਵਾਜ਼ ਹੁੰਦੀ ਹੈ, ਉਹ ਹਿਰਨ ਨੂੰ ਬੜੀ ਪਿਆਰੀ ਲੱਗਦੀ ਹੈ। ਸ਼ਿਕਾਰੀ ਜਦੋਂ ਉਸ ਨੂੰ ਹਿਰਨ ਨੂੰ ਮਾਰਨਾ ਹੁੰਦਾ ਜਾਂ ਪਕੜਨਾ ਹੁੰਦਾ, ਉਹ ਅੱਧੀ ਰਾਤ ਨੂੰ ਚਾਨਣੀ ਦੇ ਵਿੱਚ ਉਹ ਲੁਕ ਕੇ ਉਹ ਨਾਦ ਵਜਾਉਂਦਾ ਹੈ। ਹਿਰਨ ਦੌੜਿਆ ਚੱਲਿਆ ਆਉਂਦਾ, ਜਦੋਂ ਕੋਲ ਆਉਂਦਾ ਸ਼ਿਕਾਰੀ ਉਹਨੂੰ ਜਾਂ ਤਾਂ ਜਾਲ ਪਾ ਕੇ ਪਕੜ ਲੈਂਦਾ ਹੈ ਜਾਂ ਫਿਰ ਤੀਰ ਮਾਰ ਕੇ ਉਹਨੂੰ ਮਾਰ ਲੈਂਦਾ ਹੈ। ਪਰ ਮਹਾਰਾਜ ਕਹਿੰਦੇ ਸਦਕੇ ਜਾਈਏ ਉਸ ਹਿਰਨ ਤੋਂ, ਵੇਖੋ ਉਹਦੀ ਸ਼ਬਦ ਨਾਲ ਕਿੰਨੀ ਪ੍ਰੀਤ ਹੈ। ਆਪਣੇ ਪ੍ਰਾਣ ਤਿਆਗ ਦਿੰਦਾ ਹੈ ਪਰ ਮਰਨ ਤੋਂ ਨਹੀਂ ਹਟਦਾ। ਸਨਮੁਖ ਸਹਿਬਾਨ, ਸਨਮੁਖ ਹੋ ਕੇ ਬਾਣ ਸਹਿੰਦਾ ਹੈ, ਪਰ ਉਸ ਸ਼ਬਦ ਉਹ ਜਿਹੜੀ ਧੁਨ ਪੈਦਾ ਹੋ ਰਹੀ ਉਹਦੇ ਤੋਂ ਪਿੱਛੇ ਨਹੀਂ ਹਟਦਾ। ਅਤੇ ਗੁਰਮੁਖ ਹੁਣ ਆਪਾਂ ਆਪਣੇ ਵੱਲ ਦੇਖੀਏ, ਆਪਣੇ ਕੋਈ ਗੋਲੀ ਤਾਂ ਵੱਜਣੀ ਨਹੀਂ, ਨਾ ਕੋਈ ਤੀਰ ਵੱਜਣਾ ਹੈ। ਆਪਾਂ ਗੁਰੂ ਦੇ ਸ਼ਬਦ ਤੋਂ ਕਿੰਨੇ ਦੂਰ ਜਾ ਚੁੱਕੇ ਹਾਂ। ਗੁਰੂ ਦੇ ਸ਼ਬਦ ਨਾਲ ਸਾਡਾ ਕਿੰਨਾ ਕੁ ਪਿਆਰ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਉੱਤਮ ਜਗਿਆਸੂ ਦੀ ਅਵਸਥਾ ਬਿਆਨ ਕਰ ਰਹੇ ਨੇ। ਉਹਨੇ ਆਪਣੇ ਪ੍ਰਾਣ ਤਿਆਗ ਦਿੱਤੇ ਹਿਰਨ ਨੇ, ਪਰ ਉਹ ਬਹਿਦਿਓ ਸਹਿਜ ਸਰੋਤ ਵਿੰਨਿਆ ਗਿਆ। ਉਸ ਸਹਿਜ ਸਰੋਤ ਦੇ ਵਿੱਚ ਉਹ ਜਿਹੜੀ ਧੁਨ ਆ ਰਹੀ ਸੀ ਨਾ ਆਵਾਜ਼, ਉਸ ਦੇ ਸਰੋਤ ਵਿੱਚ ਉਹ ਵਿੰਨਿਆ ਗਿਆ। ਉਹਨੂੰ ਪਤਾ ਹੀ ਨਹੀਂ ਲੱਗਾ ਵੀ ਮੈਂ ਕਦੋਂ ਮੌਤ ਦੇ ਕੋਲ ਆ ਗਿਆ ਹਾਂ, ਪਰ ਉਹਨੇ ਉਸ ਮੌਤ ਨੂੰ ਪ੍ਰਵਾਨ ਕਰ ਲਿਆ, ਪਿੱਛੇ ਨਹੀਂ ਹਟਿਆ। ਪ੍ਰੇ ਪ੍ਰੀਤ ਲਾਗੀ ਮਿਲ ਵੈਰਾਗੀ ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਰੱਬ ਦੇ ਵੈਰਾਗੀ ਨੇ, ਉਹਨਾਂ ਦੇ ਅੰਦਰ ਵਾਹਿਗੁਰੂ ਦੀ ਪ੍ਰੀਤ ਲੱਗੀ ਹੈ। ਉਹ ਵਾਹਿਗੁਰੂ ਤੋਂ ਬਿਨਾਂ ਇੱਕ ਖਿਨ ਮਾਤਰ ਵੀ ਜੇ ਉਹਨਾਂ ਨੂੰ ਕਿਤੇ ਨਾ ਵਿਸਦੇ ਤੇ ਉਹ ਇੱਦਾਂ ਕਹਿੰਦੇ ਨੇ ਵੀ ਸਾਡਾ ਜੀਵਨ ਵਿਅਰਥ ਚਲਾ ਗਿਆ ਹੈ। ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਖਿਨ ਜੀਵਣਾ ਵੀ, ਇਸ ਜੀਵਨ ਨੂੰ ਤ੍ਰਿਗਕਾਰ ਜਿਹੜਾ ਰੱਬ ਤੋਂ ਬਿਨਾਂ ਇੱਕ ਖਿਨ ਵੀ ਜੀਵਣਾ ਹੈ। ਪਾਤਸ਼ਾਹ ਪ੍ਰਮਾਣ ਕਰਦੇ ਨੇ, ਪਲਕਾ ਨਾ ਲਾਗੈ ਪ੍ਰੇ ਪ੍ਰੇਮ ਪਾਗੈ ਚਿਤਵੰਤ ਆਂਦਿਨ ਪ੍ਰਭ ਮਨਾ। ਉਹਨਾਂ ਦੀਆਂ ਅੱਖਾਂ ਦੀਆਂ ਪਲਕਿਆਂ ਜਿਹੜੀਆਂ ਨੇ ਕਦੇ ਬੰਦ ਨਹੀਂ ਹੁੰਦੀਆਂ, ਭਾਵ ਹਰ ਸਮੇਂ ਧਿਆਨ ਲੱਗਾ ਰਹਿੰਦਾ ਹੈ ਵਾਹਿਗੁਰੂ ਵੱਲ। ਪਲਕਾ ਨਾ ਲਾਗੈ ਪ੍ਰੇ ਪ੍ਰੇਮ ਪਾਗੈ ਚਿਤਵੰਤ ਆਂਦਿਨ ਪ੍ਰਭ ਮਨਾ। ਹਰ ਰੋਜ਼ ਵਾਹਿਗੁਰੂ ਨੂੰ ਚੇਤੇ ਕਰਦੇ ਨੇ। ਮਨ ਵਿੱਚ ਸ੍ਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਤੀਆ ਸਗਲ ਖੋਜ। ਉਹ ਵਾਹਿਗੁਰੂ ਸ੍ਰੀ ਰੰਗ ਪਰਮਾਤਮਾ ਵਾਹਿਗੁਰੂ ਜੋ ਮਾਇਆ ਦਾ ਪਤੀ, ਉਹਦੇ ਰੰਗ ਵਿੱਚ ਰਤੇ ਹਨ, ਉਹਦੇ ਨਾਮ ਵਿੱਚ ਜੁੜੇ ਹਨ। ਅਤੇ ਮਹਾਰਾਜ ਕਹਿੰਦੇ ਜਿਹੜੇ ਨਾਮ ਵਿੱਚ ਜੁੜਦੇ ਨੇ, ਉਹ ਮਾਇਆ ਦਾ ਜਿਹੜਾ ਭਰਮ ਸੀ ਅਤੇ ਹੋਰ ਕਈ ਤਰ੍ਹਾਂ ਦਾ ਡਰ, ਉਹਨਾਂ ਦਾ ਉਹ ਸਾਰਾ ਖਤਮ ਹੋ ਜਾਂਦਾ ਹੈ। ਦੁਤੀਆ ਭਾਵ ਦਵੈਤ ਭਾਵ ਖਤਮ ਹੋ ਜਾਂਦੀ। ਕਰ ਮਇਆ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ। ਹੇ ਵਾਹਿਗੁਰੂ ਸਾਡੇ 'ਤੇ ਮਇਆ ਕਰ, ਦਇਆ ਕਰ, ਦਇਆਲੂ ਵਾਹਿਗੁਰੂ ਤੂੰ ਪੂਰਨ ਹੈ, ਕਿਰਪਾ ਕਰ, ਸਾਨੂੰ ਆਪਣੇ ਪ੍ਰੇਮ ਦੇ ਵਿੱਚ ਮਗਨ ਕਰ ਲੈ। ਐਸੀ ਕਿਰਪਾ ਕਰ, ਐਸੀ ਬਖਸ਼ਿਸ਼ ਕਰ। ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤੇ ਪ੍ਰੀਤ ਕਮਲ ਬੰਧਾਵਤ ਆਪ। ਜਿਵੇਂ ਅਲੀਅਲ ਨਾਮ ਹੈ ਭਵਰੇ ਦਾ,
ਜਦੋਂ ਫੁੱਲਾਂ ਨੂੰ ਜਦੋਂ ਰਸ ਪੈਂਦਾ ਹੈ ਤਾਂ ਭੰਵਰੇ ਆ ਕੇ ਉੱਤੇ ਗੂੰਜਾਂ ਪਾਉਂਦੇ ਨੇ ਔਰ ਉਹਦੇ ਵਿੱਚੋਂ ਉਹਦੀ ਜਿਹੜੀ ਫੁੱਲਾਂ ਦੇ ਵਿੱਚ ਧੂੜੀ ਹੁੰਦੀ ਹੈ ਉੱਥੇ ਬੈਠ ਕੇ ਰਸ ਲੈਂਦੇ ਨੇ ਔਰ ਆਪਣੇ ਆਪ ਨੂੰ ਬਣਾ ਲੈਂਦੇ ਨੇ। ਚਾਤਰਿਕ ਚਿਤ ਪਿਆਸ, ਚਾਤਰਿਕ ਚਿਤ ਪਿਆਸੇ ਘਨ ਬੂੰਦ ਬਚਿੱਤਰ ਮਨ ਆਸੇ ਅਲ ਪੀਵਤ ਬਿਨਸਤ ਤਾਪ। ਚਾਤਰਿਕ ਜਿਵੇਂ ਬਵੀਆ ਸਵਾਂਤੀ ਬੂੰਦ ਜਦੋਂ ਬੱਦਲ ਪੈਂਦਾ ਹੈ ਤੇ ਗਿਰਦੀਆਂ ਨੂੰ ਪੀਂਦਾ ਹੈ ਤੇ ਉਹਦੀ ਪਿਆਸ ਬੁਝਦੀ ਹੈ। ਉਹ ਚਾਤਰਿਕ ਪਤਾ ਨਹੀਂ ਕਿੰਨੀ ਕੁ ਪੁਕਾਰ ਕਰਦਾ ਹੈ ਤਾਂ ਜਾ ਕੇ ਪਰਮਾਤਮਾ ਮੀਂਹ ਪਾਉਂਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੂੰ ਉੱਤਮ ਅਵਸਥਾ ਮਿਲਦੀ ਹੈ, ਗੁਰਮੁਖੋ ਉਹਨਾਂ ਨੇ ਵੀ ਪਤਾ ਨਹੀਂ ਕਿੰਨੀ ਕੁ ਸਾਧਨਾ ਕੀਤੀ ਹੁੰਦੀ ਹੈ, ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕੀਤੀ ਹੁੰਦੀ ਹੈ ਤਾਂ ਜਾ ਕੇ ਨਾਮ ਦੀ ਸਵੰਤੀ ਬੂੰਦ ਪ੍ਰਾਪਤ ਹੁੰਦੀ ਹੈ, ਜਿਸ ਨੂੰ ਪੀਣ ਨਾਲ ਤਿੰਨੇ ਤਾਪ ਲਹਿ ਜਾਂਦੇ ਨੇ। ਤਾਪਾ ਵਿਨਾਸ਼ਨ ਦੁਖ ਨਾਸ਼ਨ ਮਿਲ ਪ੍ਰੇਮ ਮਨ ਤਨ ਅਤ ਘਣਾ। ਨਾਮ ਦੀ ਸਵਾਂਤੀ ਬੂੰਦ ਪੀ ਕੇ ਤਾਪ ਲੈ ਜਾਂਦੇ ਨੇ, ਦੁੱਖ ਨਸ ਜਾਂਦੇ ਨੇ, ਵਾਹਿਗੁਰੂ ਦਾ ਮਿਲਾਪ ਹੋ ਜਾਂਦਾ ਹੈ ਔਰ ਮਨ ਤਨ ਵਿੱਚ ਘਣਾ ਆਨੰਦ ਜਿਹੜਾ ਉਹ ਪ੍ਰਗਟ ਹੋ ਜਾਂਦਾ ਹੈ। ਮਨ ਤਨ ਪਿਆਰ ਨਾਲ ਭਰ ਜਾਂਦਾ ਹੈ। ਸੁੰਦਰ ਚਤੁਰ ਸੁਜਾਨ ਸੁਆਮੀ ਕਵਣ ਰਸਨਾ ਗੁਣ ਭਣਾ। ਉਹ ਵਾਹਿਗੁਰੂ ਸੁੰਦਰ ਹੈ, ਚਤੁਰ ਭਾਵ ਸਭ ਨਾਲੋਂ ਸਿਆਣਾ, ਸੁਜਾਨ ਉਹਦੇ ਵਰਗਾ ਹੋਰ ਕੋਈ ਗਿਆਨਵਾਨ ਨਹੀਂ ਹੈ, ਸ੍ਰੇਸ਼ਟ ਜਾਣਕਾਰੀ ਵਾਲਾ ਹੈ, ਉਹ ਸੁਆਮੀ ਮਾਲਕ ਹੈ। ਮਹਾਰਾਜ ਕਹਿੰਦੇ ਪਤਾ ਲੱਗ ਜਾਂਦਾ ਹੈ ਵਾਹਿਗੁਰੂ ਦੇ ਗੁਣ ਬੇਅੰਤ ਨੇ। ਇਸ ਰਸਨਾ ਨਾਲ ਉਹਦੇ ਸਮਗਰ ਗੁਣਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗਹਿ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ। ਹੇ ਵਾਹਿਗੁਰੂ ਕਿਰਪਾ ਕਰੋ, ਬਾਂਹ ਤੋਂ ਪਕੜ ਕੇ ਸਾਨੂੰ ਸੰਸਾਰ ਸਾਗਰ ਤੋਂ ਬਚਾ ਲਵੋ। ਆਪਣੀ ਕਿਰਪਾ ਦ੍ਰਿਸ਼ਟੀ ਕਰੋ ਮਹਾਰਾਜ, ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਪਾਪ ਮਿਟ ਜਾਂਦੇ ਨੇ। ਨਾਨਕ ਜੰਪੈ ਪਤਤ ਪਾਵਨ ਹਰ ਦਰਸ ਪੇਖਤ ਨੈ ਸੰਤਾਪ। ਪਾਤਸ਼ਾਹ ਕਹਿੰਦੇ ਅਸੀਂ ਉਸ ਪਤਤ ਪਾਵਨ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਾਂ, ਉਹਦੇ ਦਰਸ਼ਨਾਂ ਦੀ ਇੱਛਾ ਹੈ। ਉਹਦੇ ਦਰਸ਼ਨ ਜਦੋਂ ਹੋ ਗਏ ਤੇ ਫਿਰ ਕਿਸੇ ਵੀ ਤਰ੍ਹਾਂ ਦਾ ਸੰਤਾਪ ਨਹੀਂ ਰਹਿ ਜਾਵੇਗਾ। ਸਭ ਦੁੱਖ ਰੋਗ ਸੰਤਾਪ ਦੂਰ ਹੋ ਜਾਣਗੇ। ਚਿਤਵੋ ਚਿਤਨਾਥ ਚਿਤਵੋ ਚਿਤਨਾਥ ਰਖ ਲੇਵੋ ਸਰਣਾਨਾਥ ਮਿਲ ਚਾਓ ਚਾਈਲੇ ਪ੍ਰਾਣ। ਬਸ ਇਹੀ ਚਿਤਵਨੀ ਹੈ, ਇਹੀ ਮੰਗ ਹੈ। ਹੇ ਨਾਥ, ਹੇ ਸੁਆਮੀ, ਹੇ ਮਾਲਕ, ਸਾਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਮਹਾਰਾਜ ਤੁਹਾਨੂੰ ਮਿਲਣ ਦਾ ਚਾਉ ਹੈ, ਪ੍ਰਾਣਾਂ ਦੇ ਵਿੱਚ ਰੋਮ ਰੋਮ ਕਰਕੇ ਇਹ ਚਾਉ ਬਣ ਗਿਆ, ਇਹ ਪ੍ਰੇਮ ਬਣ ਗਿਆ ਕਿ ਰੱਬ ਨੂੰ ਮਿਲਣਾ ਹੈ। ਭਾਵ ਇੰਨੀ ਤੀਵਰ ਇੱਛਾ ਗੁਰਮੁਖਾਂ ਦੇ ਅੰਦਰ ਹੋ ਜਾਂਦੀ ਹੈ। ਸੁੰਦਰ ਤਨ ਧਿਆਨ, ਸੁੰਦਰ ਤਨ ਧਿਆਨ, ਏ ਮਨ ਲੁਬਧ ਗੋਪਾਲ ਗਿਆਨ, ਏ ਜਾਚਕ ਜਨ ਰਾਖਤ ਮਾਨ। ਵਾਹਿਗੁਰੂ ਦਾ ਜਿਹੜਾ ਸਰੂਪ ਹੈ ਬੜਾ ਸੁੰਦਰ ਹੈ, ਬੜਾ ਸੁੰਦਰ ਹੈ। ਉਹਦੇ ਵਿੱਚ ਜਿਹੜਾ ਧਿਆਨ ਜੋੜਨਾ ਇਹ ਵੀ ਸੁੰਦਰ ਹੈ। ਮਹਾਰਾਜ ਕਹਿੰਦੇ ਉਹਦੇ ਵਿੱਚ, ਉਹਦੇ ਸੁੰਦਰ ਸਰੂਪ ਦੇ ਵਿੱਚ ਗੁਰਮੁਖ ਧਿਆਨ ਧਰਦੇ ਨੇ ਔਰ ਮਨ ਬਹੁਤ ਲੁਭਾਏ ਮਾਨ ਹੋ ਜਾਂਦਾ। ਜਦੋਂ ਮਨ ਜੁੜਦਾ ਹੈ ਨਾ, ਮਨ ਦੀ ਇਹਨੂੰ ਭਾਵੇਂ ਸੰਸਾਰ ਵੱਲ ਜੋੜ ਲਓ, ਭਾਵੇਂ ਨਿਰੰਕਾਰ ਨਾਲ ਜੋੜੋ। ਸੰਸਾਰ ਨਾਲ ਜੁੜ ਗਿਆ, ਸੰਸਾਰ ਦੇ ਪਦਾਰਥਾਂ ਦਾ ਬੜਾ ਰਸ ਲੈਂਦਾ ਹੈ, ਬੜੀ ਇੱਛਾ ਰੱਖਦਾ ਹੈ। ਪਰ ਇਹੀ ਮਨ ਜਦੋਂ ਨਿਰੰਕਾਰ ਨਾਲ ਜੁੜ ਗਿਆ, ਬਸ ਫਿਰ ਇਹਨੇ ਓਨਾ ਹੀ ਖਿੱਚ ਨਾਲ ਵਾਹਿਗੁਰੂ ਨੂੰ ਯਾਦ ਕਰਨਾ ਹੈ। ਅਤੇ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਸਾਡਾ ਮਨ ਲੁਭਾਏ ਮਾਨ ਹੋ ਕੇ ਹੇ ਵਾਹਿਗੁਰੂ ਤੁਹਾਡੇ ਨਾਮ ਦੀ ਜਾਚਨਾ ਕਰਦਾ ਹੈ। ਕਿਰਪਾ ਕਰ ਆਪਣੇ ਸੇਵਕਾਂ ਦਾ ਮਾਣ ਰੱਖੋ। ਤੁਸੀਂ ਆਪਣੇ ਸੇਵਕਾਂ ਦੇ ਪਰਦੇ ਰੱਖਦੇ ਹੋ, ਕਿਰਪਾ ਕਰੋ ਮਹਾਰਾਜ। ਤੁਹਾਡੇ ਸੇਵਕ ਤੁਹਾਡੇ ਦਰ 'ਤੇ ਜਾਚਕ ਬਣ ਕੇ ਮੰਗਦੇ ਨੇ। ਪ੍ਰਭ ਮਾਨ ਪੂਰਨ ਦੁੱਖ ਬਦੀਰਨ ਸਗਲ ਇੱਛ ਪੁਜੰਤੀਆਂ। ਵਾਹਿਗੁਰੂ ਆਪਣੇ ਸੇਵਕਾਂ ਦਾ ਮਾਣ ਰੱਖਦਾ, ਉਹ ਪੂਰਨ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ। ਉਹਦੀ ਸ਼ਰਨ ਵਿੱਚ ਜਿਹੜਾ ਆਵੇ ਉਹਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਹਰ ਕੰਠ ਲਾਗੇ ਦਿਨ ਸੁਭਾਗੇ ਮਿਲ ਨਾ ਸੇਜ ਸੁਜੰਤੀਆਂ। ਵਾਹਿਗੁਰੂ ਦੇ ਗਲ ਮਿਲ ਪਏ, ਚੰਗੇ ਦਿਨ ਪ੍ਰਗਟ ਹੋ ਗਏ। ਹੁਣ ਵਾਹਿਗੁਰੂ ਮਿਲ ਪਿਆ ਹੈ, ਹਿਰਦੇ ਦੀ ਸੇਜਾ ਸੋਹਣੀ ਹੋ ਗਈ। ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਨ। ਉਹ ਵਾਹਿਗੁਰੂ ਨਿਰੰਕਾਰ ਨੇ ਜਦੋਂ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ
परमात्मा मिल पिया ते मिलिया ते की होया, सगल कलमल भये हन, सारे पाप नाश हो गए। बिनवंत नानक मेरी आस पूरन, मिले श्री धर गुण निधान। महाराज कहते बेनती सहित मेरी आसा पूरी हो गई, गुणा का खजाना वाहिगुरु मैनू प्राप्त होया है। इस तरह सहब सच्चे पातशाह गुरु अर्जन देव जी महाराज उत्तम जगियासू की अवस्था नूं बयान किया है। इसे गुरु अर्जन देव महाराज जी की बाणी जी शंत रूप में सी संपूर्ण हुई है। 462 अंग ते इत्थे हुण अगे आसा की वार जिहड़ी है उहदी कथा कल तो आरंभ होवेगी। और आसा की वार दे विच महाराज जी ने हर एक पक्ष तो जिहड़े धर्म नाल विषय सन वो सारे इत्थे महाराज जी ने बयान कीते ने। सतगुरु मैं राम कर सतगुरु जी के अमृत बचनों नूं कमा के और सतगुरु की पावन बाणी की कथा नाल जुड़ के आपां लाह लईए। होईयां भुल्लां दी खिमा जी। वाहिगुरु जी का खालसा वाहिगुरु जी की फतेह।